हाँ जी, सत श्री अकाल जी सारिਆਂ ਨੂੰ। ਅੱਜ ਮੈਂ ਹਾਜ਼ਰ ਹਾਂ ਆਪਣੀ ਅਗਲੀ ਵੀਡੀਓ ਲੈ ਕੇ ਤੇ ਵੀਡੀਓ ਦਾ ਸਾਡਾ ਅੱਜ ਦਾ ਟੌਪਿਕ ਰਹੇਗਾ ਪੀਟੀਈ ਸਕੋਰਿੰਗ ਗਾਈਡ। ਜਿਵੇਂ ਕਿ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਪੀਟੀ ਦੇ 4 ਸੈਕਸ਼ਨਸ ਨੇ ਤੇ ਹਰ ਸੈਕਸ਼ਨ ਦੇ ਡਿਫਰੈਂਟ ਮੋਡਿਊਲਸ ਨੇ ਤੇ ਡਿਫਰੈਂਟ ਮੋਡਿਊਲਸ ਕਿਤੇ ਹਰ ਸੈਕਸ਼ਨ ਵਿੱਚ ਕਿਤੇ ਨਾ ਕਿਤੇ ਕੰਟਰੀਬਿਊਟ ਕਰ ਰਹੇ ਨੇ। ਬਟ ਇਨ ਕੇਸ ਆਫ ਆਈਲੈਟਸ ਐਵੇਂ ਦਾ ਕੁਝ ਵੀ ਨਹੀਂ ਹੈਗਾ। ਉਸ ਦੇ ਵਿੱਚ ਹਰ ਸੈਕਸ਼ਨ ਮਤਲਬ ਆਪਣੇ ਹੀ ਉਹਦੇ ਮਾਰਕਸ ਨੇ, ਉਹ ਕਿਤੇ ਵੀ ਦੂਜੇ ਸੈਕਸ਼ਨ ਦੇ ਵਿੱਚ ਕੰਟਰੀਬਿਊਟ ਨਹੀਂ ਕਰਦਾ। ਤੇ ਬਟ ਪੀਟੀ ਦੇ ਵਿੱਚ ਹਰ ਸੈਕਸ਼ਨ ਕਿਤੇ ਨਾ ਕਿਤੇ ਥੋੜਾ ਬਹੁਤ ਕੰਟਰੀਬਿਊਟ ਕਰਦਾ ਹੈ। ਤੇ ਜਿਹੜਾ ਸਾਡਾ ਟੌਪਿਕ ਰਹੇਗਾ ਉਹ ਰਹੇਗਾ ਪੀਟੀ ਸਕੋਰਿੰਗ ਗਾਈਡ ਤੇ ਇਹਦੇ ਵਿੱਚ 4 ਸੈਕਸ਼ਨਸ ਰਹਿਣਗੇ, ਸਪੀਕਿੰਗ, ਰਾਈਟਿੰਗ, ਰੀਡਿੰਗ ਐਂਡ ਲਿਸਨਿੰਗ। ਤੇ ਉਹਦੇ ਵਿੱਚ ਅਗਲਾ ਟੌਪਿਕ ਆਏਗਾ ਕੁਐਸਚਨਸ ਦੀਆਂ ਟਾਈਪ, ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਸੀ, ਤੇ ਕਿੰਨੇ ਕੁਐਸਚਨਸ ਆ ਸਕਦੇ ਨੇ ਫਾਈਨਲ ਦੇ ਵਿੱਚ, ਤੇ ਉਹਨਾਂ ਦੇ ਮਾਰਕਸ ਕਿੱਥੇ ਕੰਟਰੀਬਿਊਟ ਹੋ ਰਹੇ ਨੇ, ਤੇ ਟੋਟਲ ਟਾਈਮ ਪੀਰੀਅਡ ਹਰ ਸੈਕਸ਼ਨ ਦਾ ਕਿੰਨਾ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਸਪੀਕਿੰਗ ਸੈਕਸ਼ਨ ਦੇ ਬਾਰੇ। ਤੇ ਸਪੀਕਿੰਗ ਦੇ ਵਿੱਚ ਸਾਡੇ 5 ਮੋਡਿਊਲਸ ਨੇ: ਰੀਡ ਅਲਾਉਡ, ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ, ਰੀਟੈਲ ਲੈਕਚਰ, ਆਨਸਰ ਸ਼ਾਰਟ ਕੁਐਸਚਨ। ਤੇ ਸਭ ਤੋਂ ਪਹਿਲਾਂ ਆਉਂਦਾ ਸਾਡੇ ਕੋਲ ਰੀਡ ਅਲਾਉਡ। ਤੇ ਰੀਡ ਅਲਾਉਡ ਦੇ ਸਾਡੇ ਕੋਲ ਫਾਈਨਲ 'ਚ ਜਿਹੜੇ ਕੁਐਸਚਨਸ ਵੇਰੀ ਕਰਦੇ ਨੇ ਉਹ 6 to 7 ਕੁਐਸਚਨਸ ਆਉਂਦੇ ਨੇ। ਕਈ ਵਾਰ 6 ਕੁਐਸਚਨ ਆਉਂਦੇ ਆ, ਕਈ ਵਾਰ 7 ਕੁਐਸਚਨਸ ਆਉਂਦੇ ਨੇ। ਤੇ ਇਹਦੀ ਜਿਹੜੀ ਕੰਟਰੀਬਿਊਸ਼ਨ ਰਹੇਗੀ ਉਹ 22 ਮਾਰਕਸ ਦੀ ਰਹੇਗੀ। ਤੇ 22 ਮਾਰਕਸ ਇਹ ਸਪੀਕਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ ਤੇ 22 ਸੇਮ ਮਾਰਕਸ ਇਹ ਰੀਡਿੰਗ ਦੇ ਵਿੱਚ ਵੀ ਕੰਟਰੀਬਿਊਟ ਕਰੇਗਾ। ਤੇ ਮਤਲਬ 22 ਜੇ ਤੁਸੀਂ ਰੀਡ ਅਲਾਉਡ ਵਧੀਆ ਕਰ ਰਹੇ ਹੋ ਤਾਂ 22 ਮਾਰਕਸ ਤੁਹਾਨੂੰ ਸਪੀਕਿੰਗ ਦੇ ਵਿੱਚ ਮਿਲਣਗੇ ਤੇ 22 ਮਾਰਕਸ ਹੀ ਤੁਹਾਨੂੰ ਰੀਡਿੰਗ ਦੇ ਵਿੱਚ ਮਿਲਣਗੇ। ਤੇ ਅਗਲਾ ਸਾਡਾ ਆਉਂਦਾ ਹੈ ਰਿਪੀਟ ਸੈਂਟੈਂਸ। ਰਿਪੀਟ ਸੈਂਟੈਂਸ ਕੀ ਹੁੰਦਾ ਹੈ ਕਿ ਤੁਹਾਨੂੰ ਇੱਕ ਸੈਂਟੈਂਸ ਸੁਣਾਈ ਦਿੰਦਾ ਹੈ 3 ਤੋਂ 4 ਸੈਕਿੰਡਸ ਦਾ, ਤੇ ਉਹ ਸੈਂਟੈਂਸ ਤੁਸੀਂ ਸੇਮ ਬੋਲਣਾ ਹੁੰਦਾ ਹੈ। ਮਤਲਬ ਸੇਮ ਬੋਲ ਸਕਦੇ ਹੋ ਤਾਂ ਬਹੁਤ ਬੈਟਰ ਹੈ, ਬਟ ਤੁਹਾਨੂੰ ਇਹ ਹੁੰਦਾ ਕਿ ਤੁਸੀਂ 60 ਤੋਂ 70% ਤੱਕ ਉਸ ਸੈਂਟੈਂਸ ਨੂੰ ਰਿਪੀਟ ਕਰਨਾ ਹੈ। ਤੇ ਉਹਦੇ ਵਿੱਚ ਜਿਹੜੇ ਸਾਡੇ ਕੁਐਸਚਨਸ ਵੇਰੀ ਕਰਦੇ ਨੇ ਉਹ 10 to 12 ਕਰਦੇ ਨੇ। ਮਤਲਬ 10, 11 ਜਾਂ 12, ਮਤਲਬ 11 ਤਾਂ ਬਹੁਤ ਘੱਟ ਹੈ, ਜਾਂ 10 ਆਉਣਗੇ ਜਾਂ ਤੁਹਾਨੂੰ 12 ਆਉਣਗੇ। ਤੇ ਜਿਹੜੀ ਉਹਦੀ ਕੰਟਰੀਬਿਊਸ਼ਨ ਰਹੇਗੀ ਉਹ 32 ਮਾਰਕਸ ਦੀ ਰਹੇਗੀ। ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਰਿਪੀਟ ਸੈਂਟੈਂਸ ਹੈ ਉਹਦੀ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਹੈਗੀ ਹੈ ਸਪੀਕਿੰਗ ਦੇ ਵਿੱਚ। So you have to practice a lot of repeat sentences to improve your score। ਤੇ 32 ਮਾਰਕਸ ਉਹ ਸਪੀਕਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ ਤੇ 20 ਮਾਰਕਸ ਲਿਸਨਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ। ਮਤਲਬ ਟੋਟਲ ਤੁਹਾਨੂੰ 50 ਮਾਰਕਸ ਮਿਲ ਰਹੇ ਹੈ। ਜਿਵੇਂ ਰੀਡ ਅਲਾਉਡ ਦੇ ਤੁਹਾਨੂੰ ਟੋਟਲ 40 ਮਾਰਕਸ 44 ਮਾਰਕਸ ਮਿਲੇ ਸੀ, 22 ਸਪੀਕਿੰਗ ਦੇ ਵਿੱਚ, 22 ਰੀਡਿੰਗ ਦੇ ਵਿੱਚ। ਤੇ ਸਿਮਿਲਰਲੀ ਜਿਹੜਾ ਰਿਪੀਟ ਸੈਂਟੈਂਸ ਹੈਗਾ ਉਹਦੇ ਤੁਹਾਨੂੰ 52 ਮਾਰਕਸ ਮਿਲ ਰਹੇ ਹੈ, 32 ਸਪੀਕਿੰਗ ਦੇ ਵਿੱਚ ਤੇ 20 ਮਾਰਕਸ ਤੁਹਾਨੂੰ ਲਿਸਨਿੰਗ ਦੇ ਵਿੱਚ। ਤੀਜਾ ਟੌਪਿਕ ਆਉਂਦਾ ਸਾਡਾ ਡਿਸਕ੍ਰਾਈਬ ਇਮੇਜ। ਡਿਸਕ੍ਰਾਈਬ ਇਮੇਜ ਦੇ ਸਾਡੇ ਕੋਲ ਫਾਈਨਲ 'ਚ 3 ਤੋਂ 4 ਕੁਐਸਚਨਸ ਆਉਂਦੇ ਨੇ। 3 ਕੁਐਸਚਨਸ ਵੀ ਹੋ ਸਕਦੇ ਨੇ, ਕਈ ਵਾਰ 4 ਕੁਐਸਚਨਸ ਵੀ ਹੋ ਸਕਦੇ ਨੇ। ਤੇ ਡਿਸਕ੍ਰਾਈਬ ਇਮੇਜ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਗ੍ਰਾਫ ਆ ਸਕਦਾ ਹੈ, ਕੋਈ ਪਿਕਚਰ ਆ ਸਕਦੀ ਹੈ, ਕੋਈ ਮੈਪ ਆ ਸਕਦਾ ਹੈ, ਕੋਈ ਫਲੋ ਚਾਰਟ ਆ ਸਕਦਾ ਹੈ, ਕੁਝ ਵੀ ਆ ਸਕਦਾ ਹੈ। ਤੁਸੀਂ ਉਸ ਇਮੇਜ ਨੂੰ ਵੇਖ ਕੇ ਉਹਨੂੰ ਡਿਸਕ੍ਰਾਈਬ ਕਰਨਾ ਹੈ। ਤੇ ਡਿਸਕ੍ਰਾਈਬ ਇਮੇਜ ਤੁਹਾਡੀ ਸਿਰਫ ਸਪੀਕਿੰਗ ਦੇ ਵਿੱਚ ਕੰਟਰੀਬਿਊਟ ਕਰਦੀ ਹੈ ਤੇ ਉਹਦੇ ਮਾਰਕਸ ਨੇ 22 ਮਾਰਕਸ। ਮਤਲਬ ਉਹ 22 ਮਾਰਕਸ ਡਿਸਕ੍ਰਾਈਬ ਇਮੇਜ ਤੁਹਾਡੀ ਕੰਟਰੀਬਿਊਟ ਕਰ ਰਹੀ ਹੈ ਸਪੀਕਿੰਗ ਦੇ ਵਿੱਚ। ਤੇ ਫੋਰਥ ਜਿਹੜਾ ਸਾਡਾ ਮੋਡਿਊਲ ਆਉਂਦਾ ਉਹ ਰੀਟੇਲ ਲੈਕਚਰ ਆਉਂਦਾ ਹੈ। ਤੇ ਰੀਟੇਲ ਲੈਕਚਰ ਸਾਡੇ ਮੋਸਟਲੀ 2 ਕੁਐਸਚਨਸ ਹੀ ਆਉਂਦੇ ਨੇ, ਬਟ ਇਨ ਕੇਸ ਇੱਕ ਕੁਐਸਚਨ ਵੀ ਆ ਜਾਂਦਾ ਹੈ। ਮਤਲਬ ਮੋਸਟਲੀ ਪੇਪਰਸ ਦੇ ਵਿੱਚ 2 ਕੁਐਸਚਨਸ ਹੀ ਹੁੰਦੇ ਨੇ ਫਾਈਨਲ ਦੇ ਵਿੱਚ, ਬਟ ਜਿਹੜਾ ਰੀਟੇਲ ਲੈਕਚਰ ਹੈ ਕਈ ਵਾਰ ਉਹਦਾ ਐਵੇਂ ਹੁੰਦਾ ਕਿ ਤੁਹਾਨੂੰ ਇੱਕ ਕੁਐਸਚਨ ਆਇਆ ਹੈ ਤੇ ਉਹ 12 ਮਾਰਕਸ ਦਾ ਹੁੰਦਾ ਹੈ। 12 ਮਾਰਕਸ ਤੁਹਾਨੂੰ ਸਪੀਕਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ ਤੇ 10 ਮਾਰਕਸ ਤੁਹਾਨੂੰ ਲਿਸਨਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ। ਮੀਨਸ ਉਹ ਟੋਟਲ 22 ਮਾਰਕਸ ਹੋ ਗਏ ਤੇ 12 ਨੰਬਰ ਤੁਹਾਨੂੰ ਸਪੀਕਿੰਗ 'ਚ ਮਿਲ ਰਹੇ ਹੈ ਤੇ 10 ਨੰਬਰ ਤੁਹਾਨੂੰ ਲਿਸਨਿੰਗ ਦੇ ਵਿੱਚ ਮਿਲ ਰਹੇ ਹੈ। ਉਸ ਤੋਂ ਬਾਅਦ ਸਾਡਾ ਅਗਲਾ ਜਿਹੜਾ ਲਾਸਟ ਮੋਡਿਊਲ ਹੈ ਸਪੀਕਿੰਗ ਦਾ ਉਹ ਆਉਂਦਾ ਹੈ ਆਨਸਰ ਸ਼ਾਰਟ ਕੁਐਸਚਨ। ਤੇ ਆਨਸਰ ਸ਼ਾਰਟ ਕੁਐਸਚਨ ਤੁਹਾਡੇ 6 to 7 ਵੀ ਵੇਰੀ ਕਰ ਸਕਦੇ ਹੈ, ਬਟ ਕਈ ਵਾਰ ਐਵੇਂ ਹੁੰਦਾ ਕਿ 8 ਕੁਐਸਚਨਸ ਵੀ ਆ ਜਾਂਦੇ ਹੈ। ਬਟ ਮੋਸਟਲੀ ਕੇਸਿਸ ਦੇ ਵਿੱਚ ਤੁਹਾਡੇ 6 to 7 ਕੁਐਸਚਨਸ ਹੀ ਆਉਣਗੇ। ਤੇ ਇਹਦੀ ਤੁਹਾਡੇ ਕੋਲ ਜਿਹੜੀ ਕੰਟਰੀਬਿਊਸ਼ਨ ਹੈ ਉਹ 2 ਸਪੀਕਿੰਗ ਦੇ ਵਿੱਚ ਹੈ ਤੇ 6 ਲਿਸਨਿੰਗ ਦੇ ਵਿੱਚ ਹੈ। ਮਤਲਬ ਆਨਸਰ ਸ਼ਾਰਟ ਕੁਐਸਚਨ ਤੁਹਾਡਾ ਸਪੀਕਿੰਗ 'ਚ ਘੱਟ ਕੰਟਰੀਬਿਊਟ ਕਰ ਰਿਹਾ ਬਟ ਲਿਸਨਿੰਗ ਦੇ ਵਿੱਚ ਜ਼ਿਆਦਾ ਕੰਟਰੀਬਿਊਟ ਕਰ ਰਿਹਾ। ਟੋਟਲ 8 ਮਾਰਕਸ ਦਾ ਹੋ ਸਕਦਾ ਹੈ, 8 ਮਾਰਕਸ ਦਾ ਹੀ ਹੁੰਦਾ ਹੈ। ਤੇ 2 ਨੰਬਰ ਤੁਹਾਡੇ ਸਪੀਕਿੰਗ 'ਚ ਦੇਗਾ, 6 ਨੰਬਰ ਤੁਹਾਡੇ ਲਿਸਨਿੰਗ 'ਚ ਦੇਗਾ।
तो इस ਦਾ ਕਨਕਲੂਜਨ ਸਪੀਕਿੰਗ ਸੈਕਸ਼ਨ ਦਾ ਇਹ ਹੈ ਕਿ ਤੁਸੀਂ ਸਭ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ ਰਿਪੀਟ ਸੈਂਟੈਂਸ ਦੀ, ਉਸ ਤੋਂ ਬਾਅਦ ਕਰਨੀ ਹੈ ਰੀਡ ਅਲਾਊਡ ਤੇ ਡਿਸਕ੍ਰਾਈਬ ਇਮੇਜ ਦੀ, ਤੇ 4th ਨੰਬਰ ਤੇ ਆਏਗਾ ਰੀਡ ਟੈਲ ਲੈਕਚਰ, ਤੇ ਲਾਸਟ 'ਚ ਆਏਗਾ ਤੁਹਾਡਾ ਆਨਸਰ ਸ਼ਾਰਟ ਕੁਐਸਚਨ। ਤੇ ਇਸ ਸੈਕਸ਼ਨ ਨੂੰ ਕਰਨ ਲਈ ਜੋ ਤੁਹਾਡਾ ਟਾਈਮ ਹੁੰਦਾ ਉਹ 54 to 67 ਮਿੰਟਸ ਹੁੰਦਾ ਹੈ, ਬਟ ਇਹ ਟੋਟਲ ਟਾਈਮ ਤੁਹਾਡਾ ਰਾਈਟਿੰਗ ਸੈਕਸ਼ਨ ਦਾ ਵੀ ਹੈ। ਅੱਗੇ ਪਹਿਲਾਂ ਮੈਂ ਰਾਈਟਿੰਗ ਦੀ ਗੱਲ ਕਰਦੀ ਹਾਂ, ਫਿਰ ਮੈਂ ਟਾਈਮ ਦੀ ਗੱਲ ਕਰਾਂਗੀ। ਰਾਈਟਿੰਗ ਸੈਕਸ਼ਨ ਦੇ ਵਿੱਚ ਦੋ ਹੀ ਮੋਡਿਊਲਸ ਆਉਂਦੇ ਨੇ, ਸਮਰਾਈਜ਼ ਰਿਟਨ ਟੈਕਸਟ ਐਂਡ ਰਾਈਟ ਐਨ ਐਸੇ। ਸਮਰਾਈਜ਼ ਰਿਟਨ ਟੈਕਸਟ ਤੁਹਾਨੂੰ 1 ਤੋਂ 2 ਆ ਸਕਦੇ हैं, मतलब 2 ਤਾਂ ਆਉਂਦੇ ਹੀ ਹੈ, 1 ਤਾਂ ਬਹੁਤ ਘੱਟ ਚਾਂਸਿਸ ਹੈ ਕਿ 1 ਆਏਗਾ, 2 ਹਮੇਸ਼ਾ ਹੀ ਆਉਣਗੇ। ਤੇ ਰਾਈਟਿੰਗ ਦੇ ਵਿੱਚ ਇਹ ਕੰਟਰੀਬਿਊਟ ਕਰੇਗਾ ਤੁਹਾਨੂੰ 10 ਮਾਰਕਸ, ਤੇ ਸੇਮ 10 ਮਾਰਕਸ ਤੁਹਾਨੂੰ ਕੰਟਰੀਬਿਊਟ ਕਰੇਗਾ ਇਹ ਰੀਡਿੰਗ ਦੇ ਵਿੱਚ। ਮੀਨਸ ਸਮਰਾਈਜ਼ ਰਿਟਨ ਟੈਕਸਟ ਤੁਹਾਡੇ ਟੋਟਲ 20 ਮਾਰਕਸ ਨੂੰ ਕੰਟਰੀਬਿਊਟ ਕਰੇਗਾ, ਤੇ 10 ਮਾਰਕਸ ਤੁਹਾਡੇ ਕਰੇਗਾ ਰਾਈਟਿੰਗ ਨੂੰ ਕੰਟਰੀਬਿਊਟ, ਤੇ 10 ਮਾਰਕਸ ਕਰੇਗਾ ਤੁਹਾਡੇ ਰੀਡਿੰਗ ਨੂੰ ਕੰਟਰੀਬਿਊਟ। ਇੱਕ ਸਮਰੀ ਨੂੰ ਕਰਨ ਦੇ ਲਈ ਜਿਹੜਾ ਟਾਈਮ ਪੀਰੀਅਡ ਹੈ ਉਹ 10 ਮਿੰਟਸ ਦਾ ਹੁੰਦਾ ਹੈ, ਮਤਲਬ ਇੱਕ ਸਮਰੀ ਕਰਨ ਨੂੰ ਤੁਹਾਨੂੰ 10 ਮਿੰਟ ਮਿਲਣਗੇ। ਜੇ 2 ਸਮਰੀਆਂ ਤਾਂ 20 ਮਿੰਟ ਮਿਲਣਗੇ, ਮਤਲਬ 10 ਮਿੰਟ ਪਹਿਲੀ ਸਮਰੀ ਲਈ ਤੇ ਦੂਜੇ 10 ਮਿੰਟ ਦੂਜੀ ਸਮਰੀ ਲਈ। ਅੱਗੇ ਰਾਈਟਿੰਗ ਸੈਕਸ਼ਨ ਦੇ ਵਿੱਚ ਸਾਡੇ ਕੋਲ ਆਉਂਦਾ ਹੈ ਰਾਈਟ ਐਨ ਐਸੇ। ਰਾਈਟ ਐਨ ਐਸੇ 1 ਤੋਂ 2 ਆ ਸਕਦੇ ਹੈ, ਹਾਂਜੀ 2 ਵੀ ਆ ਸਕਦੇ हैं। ਕਈ ਬੱਚੇ ਕਹਿੰਦੇ ਆ ਕਿ ਐਸੇ ਸਿਰਫ 1 ਆਉਂਦਾ ਹੈ, ਦੂਜਾ ਹੋ ਹੀ ਨਹੀਂ ਸਕਦਾ ਕਿ ਐਸੇ ਆਵੇ, ਨਹੀਂ ਐਸੇ 2 ਆਉਣੇ ਹੈ, ਬਹੁਤ ਸਾਰੇ ਕੇਸਿਸ ਹੈ, ਮੈਂ ਡਿਸਕਸ ਵੀ ਕੀਤਾ ਹੈ, 2 ਐਸੇ ਆਉਣੇ ਹੈ। तो 1 ਤੋਂ 2 ਐਸੇ ਤੁਹਾਡੇ ਪੇਪਰ 'ਚ ਆਉਣਗੇ, ਤੇ ਇਹਦੇ ਵਿੱਚ ਜਿਹੜੇ ਤੁਹਾਡੇ ਟੋਟਲ ਮਾਰਕਸ ਨੇ ਉਹ 12 ਮਾਰਕਸ ਨੇ। ਐਸੇ ਸਿਰਫ ਰਾਈਟਿੰਗ ਨੂੰ ਹੀ ਕੰਟਰੀਬਿਊਟ ਕਰੇਗਾ, ਤੇ ਉਹ 12 ਮਾਰਕਸ ਦੀ ਕੰਟਰੀਬਿਊਸ਼ਨ ਕਰੇਗਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਟਾਈਮ ਪੀਰੀਅਡ ਦੀ, ਜੋ ਮੈਂ ਇੱਥੇ ਮੈਂਸ਼ਨ ਕੀਤਾ ਹੈ। ਤੁਹਾਨੂੰ ਸਪੀਕਿੰਗ ਤੇ ਰਾਈਟਿੰਗ ਦਾ ਸੈਕਸ਼ਨ ਇਕੱਠਾ ਆਏਗਾ, ਮਤਲਬ ਤੁਹਾਡਾ ਸਪੀਕਿੰਗ ਰਾਈਟਿੰਗ ਇਕੱਠਾ ਆਏਗਾ। ਉਸ ਤੋਂ ਬਾਅਦ ਸਾਨੂੰ ਜਿਹੜਾ ਟਾਈਮ ਪੀਰੀਅਡ ਮਿਲੇਗਾ 54 to 67 ਮਿੰਟਸ ਦਾ ਮਿਲੇਗਾ। ਮਤਲਬ ਜਿਹੜਾ ਤੁਹਾਡਾ ਸਪੀਕਿੰਗ ਦਾ ਸੈਕਸ਼ਨ ਹੁੰਦਾ ਨਾ, ਉਹਦੇ ਵਾਸਤੇ ਤੁਹਾਡੇ ਮੋਸਟਲੀ ਹਾਫ ਐਨ ਆਰ ਹੁੰਦਾ ਹੈ, ਮਤਲਬ 30 ਮਿੰਟਸ ਦਾ ਤੁਹਾਡਾ ਸਪੀਕਿੰਗ ਸੈਕਸ਼ਨ ਹੁੰਦਾ ਹੈ, 30 to 32 ਮਿੰਟਸ ਜਾਂ 35 ਮਿੰਟਸ। ਉਸ ਤੋਂ ਬਾਅਦ ਤੁਹਾਡਾ ਜਿਹੜਾ ਬਾਕੀ ਟਾਈਮ ਬਚਦਾ ਉਹ ਤੁਹਾਡਾ ਰਿਟਨ ਦੇ ਰਾਈਟਿੰਗ ਲਈ ਬਚਦਾ ਹੈ। ਤੇ ਰਾਈਟਿੰਗ 'ਚ ਸਮਰੀ ਲਈ, ਇੱਕ ਸਮਰੀ ਲਈ 10 ਮਿੰਟ ਮਿਲਦੇ ਆ, 2 ਲਈ 20 ਮਿੰਟ ਮਿਲਦੇ ਆ, ਤੇ ਜੇ ਤੁਸੀਂ ਐਸੇ ਕਰਨਾ ਤਾਂ ਉਹਦੇ ਅਲੱਗ ਤੋਂ 20 ਮਿੰਟ ਹੈ। ਤਾਂ ਮਤਲਬ ਰਾਈਟਿੰਗ 'ਚ ਤੁਹਾਨੂੰ ਜਾਂ ਸਪੀਕਿੰਗ 'ਚ ਤੁਹਾਨੂੰ ਟਾਈਮ ਦਾ ਕੋਈ ਇਸ਼ੂ ਨਹੀਂ ਆਉਂਦਾ, ਕਿਉਂਕਿ ਵਾਧੂ ਟਾਈਮ ਹੁੰਦਾ ਹੈ। ਤੇ ਕਿਉਂਕਿ ਰੀਡ ਅਲਾਊਡ 'ਚ ਤੁਸੀਂ ਕਿੰਨਾ ਕੁ ਡਿਲੇ ਕਰ ਲੋਗੇ, ਕਿਉਂਕਿ ਜੇ 3 ਸੈਕਿੰਡ ਬਾਅਦ ਤੁਸੀਂ ਨਹੀਂ ਬੋਲੇ, ਇੱਕ ਮੈਂ ਤੁਹਾਡੇ ਨਾਲ ਲਾਸਟ ਟਾਈਮ ਡਿਸਕਸ ਕਰਨਾ ਭੁੱਲ ਗਈ ਸੀ ਜਦੋਂ ਆਪਾਂ ਮਾਈਕ ਦੀ ਗੱਲ ਕਰੀ ਸੀ। ਇਨ ਕੇਸ ਅਗਰ ਤੁਸੀਂ 3 ਸੈਕਿੰਡ ਤੱਕ ਨਹੀਂ ਬੋਲੇ ਮਾਈਕ ਦੇ ਵਿੱਚ, ਤਾਂ ਤੁਹਾਡੇ ਉਸ ਪਾਰਟ ਦੀ, ਮਤਲਬ ਜੇ ਮੰਨ ਲਓ ਤੁਸੀਂ ਪਹਿਲਾ ਰੀਡ ਅਲਾਊਡ ਪੜ੍ਹ ਰਹੇ ਹੋ ਤਾਂ ਉਹ ਤੁਹਾਡਾ 0 ਕਾਊਂਟ ਹੋਏਗਾ। 0 ਇਨ ਦੀ ਸੈਂਸ ਕਿ ਮਿਨੀਮਮ ਸਕੋਰ 10 ਨਹੀਂ ਆਏਗਾ, ਇਹਦੇ ਵਿੱਚ 0 ਕਦੇ ਨਹੀਂ ਆਉਂਦਾ। ਜੇ ਤੁਸੀਂ ਕੁਝ ਵੀ ਨਹੀਂ ਬੋਲ ਕੇ ਆ ਰਹੇ ਤਾਂ 10 ਮਾਰਕਸ ਤਾਂ ਆਉਣਗੇ ਹੀ ਆਉਣਗੇ। ਸੋ ਇਹ ਧਿਆਨ ਰੱਖਣਾ ਹੈ ਕਿ 3 ਸੈਕਿੰਡ ਤੋਂ ਪਹਿਲਾਂ 2 ਸੈਕਿੰਡ ਤੇ ਹੀ ਬੋਲਣਾ ਸ਼ੁਰੂ ਕਰ ਦਿਓ, ਜਾਂ 3 ਸੈਕਿੰਡ ਤੇ ਬੋਲਣਾ ਸ਼ੁਰੂ ਕਰ ਦਿਓ। ਜੇ ਤੁਸੀਂ 4 ਜਾਂ 5 ਸੈਕਿੰਡ ਕਰਤੇ ਤੇ ਉਹਨਾਂ ਤੁਸੀਂ ਜੋ ਮਰਜ਼ੀ ਬੋਲ ਦਿਓ, ਕੁਝ ਵੀ ਨਹੀਂ ਚੱਕਣਾ, ਤੁਹਾਡੀ ਸਕੋਰਿੰਗ 10 ਆਏਗੀ, ਜੋ ਮਿਨੀਮਮ ਸਕੋਰਿੰਗ ਹੈ। ਇਸ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ ਸਪੀਕਿੰਗ ਦੇ ਵਿੱਚ। ਤੇ ਆਪਾਂ ਹੁਣ ਗੱਲ ਕਰਦੇ ਹਾਂ ਟੋਟਲ ਮਾਰਕਸ ਦੀ। 22 ਰੀਡ ਅਲਾਊਡ, 32 ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ 22, ਰੀਡ ਟੈਲ 12, ਤੇ ਆਨਸਰ ਸ਼ਾਰਟ ਕੁਐਸਚਨ 2 ਮਾਰਕਸ। ਤੇ ਇਹ ਤੁਹਾਡੇ ਟੋਟਲ ਮਾਰਕਸ ਹੋ ਗਏ 90। ਇਹ ਤੁਹਾਡੇ ਸਪੀਕਿੰਗ ਨੇ ਕੰਟਰੀਬਿਊਟ ਕਰਦੇ। ਰਾਈਟਿੰਗ ਮੈਂ ਤੁਹਾਨੂੰ ਦੱਸਤਾ ਕਿ 2 ਸਮਰੀਆਂ ਆਉਣਗੀਆਂ, 1 ਤੋਂ 2 ਐਸੇ ਆਉਣਗੇ। ਅੱਗੇ ਗੱਲ ਕਰਦੇ ਹਾਂ ਆਪਾਂ ਰਾਈਟਿੰਗ ਸੈਕਸ਼ਨ ਰੀਡਿੰਗ ਸੈਕਸ਼ਨ ਦੀ। ਰੀਡਿੰਗ ਸੈਕਸ਼ਨ ਦੇ ਵਿੱਚ ਸਾਡੇ ਕੋਲ ਫਸਟ ਆਉਂਦਾ ਹੈ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ। ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਤੁਹਾਡੇ ਕੋਲ ਜਿਹੜੀਆਂ, ਮੈਂ ਤੁਹਾਨੂੰ ਆਈ ਥਿੰਕ ਤੁਹਾਨੂੰ ਸਾਰਾ ਸ਼ੋ ਨਹੀਂ ਹੋ ਰਿਹਾ ਹੋਏਗਾ, ਮੈਂ ਕੁਝ ਹਾਈਡ ਕਰਦੀ ਹਾਂ ਤਾਂ ਤੁਹਾਨੂੰ ਉੱਪਰ ਵਾਲੇ ਸੈਕਸ਼ਨਸ ਸ਼ੋ ਹੋ ਜਾਣਗੇ। 1 ਸੈਕਿੰਡ। ਹਾਂਜੀ, ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਇਹ ਤੁਹਾਡੇ ਕੁਐਸਚਨਸ ਆਉਣਗੇ 5 to 6 ਕੁਐਸਚਨਸ, 5 ਵੀ ਆ ਸਕਦੇ हैं, 6 ਵੀ ਆ ਸਕਦੇ हैं। ਉਸ ਤੋਂ ਬਾਅਦ ਇਹ ਤੁਹਾਡੀ ਕੰਟਰੀਬਿਊਸ਼ਨ ਕਰੇਗਾ ਰਾਈਟਿੰਗ ਦੇ ਵਿੱਚ 22 ਮਾਰਕਸ ਦੀ, ਤੇ ਰੀਡਿੰਗ ਦੇ ਵਿੱਚ ਵੀ 22 ਮਾਰਕਸ ਦੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ MCQ ਮਲਟੀਪਲ ਆਨਸਰਸ। 1 ਤੋਂ 2 ਕੁਐਸਚਨਸ ਹੁੰਦੇ ਨੇ ਇਹਦੇ ਫਾਈਨਲ ਦੇ ਵਿੱਚ, ਤੇ ਇਹਦੀ ਸਿਰਫ ਰੀਡਿੰਗ ਦੇ ਵਿੱਚ ਕੰਟਰੀਬਿਊਸ਼ਨ ਰਹੇਗੀ 3 ਮਾਰਕਸ ਦੀ। ਉਸ ਤੋਂ ਬਾਅਦ ਆਉਂਦਾ ਹੈ ਰੀਆਰਡਰ ਪੈਰਾਗ੍ਰਾਫਸ 2 to 3, मतलब मोस्टली 2 ही आने हैं, बट इन केस 3 भी आ सकते हैं। वैसे मेरे तक जिन्ने भी केसेस मैं डिस्कस किए हैं, जो भी मेरी बच्चों नाल गल हुई है, 2 ही रीऑर्डर पैराग्राफ आने हैं। तो रीऑर्डर पैराग्राफ के जोड़े मार्क्स रहने वो 6 मार्क्स रहने, पेयरिंग ते डिपेंड होंगे। अगला पार्ट आंदा है रीडिंग फिलिंग द ब्लैंक्स,
ਤੇ ਇਹਦੇ ਜਿਹੜੇ ਤੁਹਾਡੇ ਕੁਐਸਚਨਸ ਆਉਂਦੇ ਨੇ ਉਹ 4 to 5 ਕੁਐਸਚਨਸ ਹੁੰਦੇ ਨੇ, ਮਤਲਬ ਜਰਨਲੀ 4 ਕੁਐਸਚਨਸ ਹੁੰਦੇ ਨੇ ਬਟ 5 ਵੀ ਹੋ ਸਕਦੇ हैं। ਤੇ ਇਹਦੀ ਜਿਹੜੀ ਕੰਟਰੀਬਿਊਸ਼ਨ ਰਹੇਗੀ ਉਹ 15 ਮਾਰਕਸ ਦੀ ਰਹੇਗੀ। ਤੇ ਜਿਹੜਾ ਲਾਸਟ ਪਾਰਟ ਹੈਗਾ ਉਹ MCQ ਸਿੰਗਲ ਆਨਸਰ ਹੈ, 1 to 2 ਕੁਐਸਚਨਸ ਆਉਂਦੇ ਨੇ ਤੇ ਇਹਦੀ ਜਿਹੜੀ ਕੰਟਰੀਬਿਊਸ਼ਨ ਰਹੇਗੀ ਉਹ 1 ਨੰਬਰ ਦੀ ਰਹੇਗੀ। ਤੇ ਇਹ ਤੁਸੀਂ ਧਿਆਨ ਨਾਲ ਚੈੱਕ ਕਰੋ ਕਿ ਜਿਹੜਾ ਤੁਹਾਡਾ ਰੀਡਿੰਗ ਦਾ ਸੈਕਸ਼ਨ ਹੈ ਉਹ ਸਿਰਫ ਰੀਡਿੰਗ ਵਿੱਚ ਹੀ ਕੰਟਰੀਬਿਊਟ ਕਰ ਰਿਹਾ ਹੈ। ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਰੀਡਿੰਗ ਸਾਰੇ ਬੱਚਿਆਂ ਨੂੰ ਹੀ ਡਿਫਿਕਲਟ ਲੱਗਦਾ ਹੈ। ਸੋ ਸਿਰਫ ਰਾਈਟਿੰਗ ਵਿੱਚ ਇਹ ਕੰਟਰੀਬਿਊਟ ਕਰੇਗਾ, ਪਰ ਰਾਈਟਿੰਗ 'ਚ ਤੁਹਾਨੂੰ ਪਹਿਲਾਂ ਹੀ ਇੱਧਰੋਂ ਉੱਧਰੋਂ ਬਹੁਤ ਨੰਬਰ ਮਿਲ ਜਾਂਦੇ ਆ ਤਾਂ ਤੁਹਾਨੂੰ ਜ਼ਿਆਦਾ ਡਰਨ ਦੀ ਗੱਲ ਨਹੀਂ ਰਹਿੰਦੀ। ਸੋ ਇਹ ਸਾਡੀ ਰੀਡਿੰਗ ਦੀ ਕੰਟਰੀਬਿਊਸ਼ਨ ਹੋ ਗਈ ਕਿ ਰੀਡਿੰਗ ਨੂੰ ਮਾਰਕਸ ਇੱਥੋਂ ਮਤਲਬ ਇਹ ਰੀਡਿੰਗ ਦੇ ਆਪਣੇ ਮਾਰਕਸ ਨੇ। ਤੇ ਇਹਦੇ ਲਈ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ 29 to 30 ਮਿੰਟਸ ਹੁੰਦੇ ਆ। ਤੇ ਇਹ ਸੈਕਸ਼ਨ ਤੁਸੀਂ ਬਹੁਤ ਸੋਚ ਸਮਝ ਕੇ ਕਰਨਾ ਹੈ ਕਿਉਂਕਿ ਐਂਡ ਵਿੱਚ ਜਦੋਂ ਤੁਸੀਂ ਰੀਡਿੰਗ ਦੀਆਂ ਬਲੈਂਕਸ ਤੇ ਪਹੁੰਚਦੇ ਆ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਦਾ, ਕਿਉਂਕਿ ਜਿਹੜੇ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਆ ਉਹਨਾਂ ਦੇ ਪੈਰਾਗ੍ਰਾਫਸ ਬਹੁਤ ਵੱਡੇ ਵੱਡੇ ਆਉਂਦੇ ਆ, ਤੁਸੀਂ ਉੱਥੇ ਹੀ ਬਹੁਤ ਟਾਈਮ ਕੰਜ਼ਿਊਮ ਕਰਦੇ ਹੋ। ਸੋ ਤੁਸੀਂ ਟਾਈਮ ਨੂੰ ਮੈਨੇਜ ਕਰਕੇ ਚੱਲਣਾ ਹੈ ਕਿਉਂਕਿ ਲਾਸਟ ਵਿੱਚ ਤੁਹਾਡੇ ਇਹਨਾਂ ਦੋਨਾਂ ਤੇ ਕਰੂਸ਼ੀਅਲ ਟਾਈਮ ਪੀਰੀਅਡ ਚੱਲ ਪੈਂਦਾ ਹੈ ਕਿਉਂਕਿ ਤੁਸੀਂ ਇਹਨਾਂ ਦੋਨਾਂ ਨੂੰ ਟਾਈਮ ਨਹੀਂ ਦੇ ਪਾਉਂਦੇ। ਸੋ ਰੀਡਿੰਗ ਇਜ਼ ਇੰਪੋਰਟੈਂਟ, ਟਾਈਮ ਇਜ਼ ਆਲਸੋ ਅ ਕਰੂਸ਼ੀਅਲ ਫੈਕਟਰ in case of reading because you will get only 29 or 28 minutes, so you have to manage the time accordingly. You can spend only 2 to 3 minutes on one blank, or you can choose least time for these multiple answers and multiple single answer. Now last section is the listening section. Listening section is also very important and there are 8 modules in the listening section. First one is the summarized spoken text. Again I will hide the reading section so that we can clear the listening part. And this is the listening section. Summarize spoken text 1 to 2, ਇੱਕ ਵੀ ਆ ਸਕਦਾ ਹੈ ਬਟ ਦੋ ਵੀ ਆ ਸਕਦੇ हैं। ਤੇ ਰਾਈਟਿੰਗ ਦੇ ਵਿੱਚ ਇਹਦੀ ਜਿਹੜੀ ਕੰਟਰੀਬਿਊਸ਼ਨ ਰਹੇਗੀ ਉਹ 12 ਮਾਰਕਸ ਦੀ ਰਹੇਗੀ ਤੇ ਲਿਸਨਿੰਗ ਦੇ ਵਿੱਚ 13 ਮਾਰਕਸ ਦੀ ਰਹੇਗੀ, ਮਤਲਬ ਜਿਹੜਾ ਟੋਟਲ ਸਕੋਰ ਹੈਗਾ ਇਹਦਾ 25 ਮਾਰਕਸ ਹੈਗਾ। ਉਸ ਤੋਂ ਬਾਅਦ MCQ ਮਲਟੀਪਲ ਆਨਸਰਸ 1 ਤੋਂ 2 ਕੁਐਸਚਨਸ ਆ ਸਕਦੇ ਨੇ ਤੇ ਇਹਦੀ ਲਿਸਨਿੰਗ ਦੇ ਵਿੱਚ ਕੰਟਰੀਬਿਊਸ਼ਨ ਰਹੇਗੀ 3 ਮਾਰਕਸ ਦੀ। ਨੈਕਸਟ ਹੈਗਾ ਲਿਸਨਿੰਗ ਫਿਲਿੰਗ ਦਾ ਬਲੈਂਕਸ, 2 to 3 ਪੈਰਾਗ੍ਰਾਫਸ ਹੁੰਦੇ ਨੇ, ਮੋਸਟਲੀ 2 ਹੁੰਦੇ ਨੇ ਬਟ 3 ਵੀ ਹੋ ਸਕਦੇ ਆ, ਤੁਸੀਂ ਇਹ ਮੰਨ ਕੇ ਚੱਲਣਾ। ਤੇ ਇਹਦੇ ਵਿੱਚ ਰਾਈਟਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ 7 ਮਾਰਕਸ ਤੇ ਲਿਸਨਿੰਗ ਦੇ ਵਿੱਚ ਵੀ ਕੰਟਰੀਬਿਊਟ ਕਰੇਗਾ 7 ਮਾਰਕਸ, ਮੀਨਸ ਟੋਟਲ 14 ਮਾਰਕਸ। Next is the highlight correct summary, 1 to 2 questions and it will contribute 2 marks in reading and 1 in listening. MCQ single answer, 1 to 2 questions and it will contribute 1 marks in listening. Next is select missing word, 1 to 2 questions ਆ ਸਕਦੇ ਨੇ and 1 number ਇਹਦਾ contribute ਹੁੰਦਾ listening ਦੇ ਵਿੱਚ। ਜਿਹੜਾ ਅਗਲਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ, highlight incorrect words। ਇਹ ਸਾਡੇ ਹੈਗੇ ਆ 2 to 3 questions, 2 ਤੋਂ 3 ਪੈਰਾਗ੍ਰਾਫ ਹੁੰਦੇ ਆ ਇਹ, ਤੇ ਇਹ ਤੁਹਾਡਾ ਰੀਡਿੰਗ ਨੂੰ ਵੀ ਕੰਟਰੀਬਿਊਟ ਕਰਦਾ 9 ਮਾਰਕਸ ਤੇ ਲਿਸਨਿੰਗ ਨੂੰ ਕੰਟਰੀਬਿਊਟ ਕਰੇਗਾ 8 ਮਾਰਕਸ, ਮੀਨਸ ਤੁਹਾਡੇ ਕਿੰਨੇ ਨੰਬਰ ਹੋ ਗਏ 17 ਮਾਰਕਸ, ਟੋਟਲ 17 ਮਾਰਕਸ ਦਾ ਹੁੰਦਾ ਹੈ। ਤੇ ਲਾਸਟ ਹੈਗਾ ਤੁਹਾਡਾ ਰਾਈਟ ਫਰੋਮ ਡਿਕਟੇਸ਼ਨ। ਰਾਈਟ ਫਰੋਮ ਡਿਕਟੇਸ਼ਨ ਦੀ ਤੁਹਾਨੂੰ 3 ਤੋਂ 4 ਆਉਂਦੀਆਂ, ਮੋਸਟਲੀ 3 ਹੀ ਆਉਂਦੀਆਂ ਬਟ 4 ਵੀ ਹੋ ਸਕਦੀਆਂ, 3 ਤਾਂ ਤੁਸੀਂ ਮੰਨ ਕੇ ਹੀ ਚੱਲਣੀ ਹੈ। ਤੇ ਇਹ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰ ਰਿਹਾ ਹੈ ਰਾਈਟਿੰਗ ਨੂੰ 27 ਮਾਰਕਸ ਤੇ ਲਿਸਨਿੰਗ ਨੂੰ 20 ਮਾਰਕਸ। ਤੇ ਹੁਣ ਜਦੋਂ ਤੁਸੀਂ ਇਸ ਨੂੰ ਕਨਕਲੂਡ ਕਰੋ ਤਾਂ ਜਿਹੜਾ ਲਿਸਨਿੰਗ ਦੇ ਸਭ ਤੋਂ ਇੰਪੋਰਟੈਂਟ ਟਾਸਕ ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕਰੇ ਸੀਗੇ, ਰਾਈਟ ਫਰੋਮ ਡਿਕਟੇਸ਼ਨ ਤੇ ਉਸ ਤੋਂ ਬਾਅਦ ਹਾਈਲਾਈਟ ਇਨਕਰੈਕਟ ਵਰਡ ਤੇ ਨੈਕਸਟ ਆ ਗਿਆ ਸਮਰਾਈਜ਼ ਸਪੋਕਨ ਟੈਕਸਟ ਤੇ ਫਿਲਿੰਗ ਦੀਆਂ ਬਲੈਂਕਸ। ਮਤਲਬ ਇਹ 4 ਮੋਡਿਊਲਸ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਹੈ ਤੇ ਤੁਹਾਨੂੰ ਇਹਦੇ ਵਾਸਤੇ ਜਿਹੜਾ ਟਾਈਮ ਪੀਰੀਅਡ ਮਿਲਦਾ ਉਹ 30 to 43 ਮਿੰਟਸ ਮਿਲਦੇ ਹੈ, ਬਟ ਇੰਨਾ ਟਾਈਮ ਉੱਥੇ ਜਾ ਕੇ ਨਹੀਂ ਪਤਾ ਲੱਗਦਾ। ਇੱਥੇ ਤੁਹਾਨੂੰ 43 ਮਿੰਟਸ ਬਹੁਤ ਲੱਗ ਰਹੇ ਆ ਬਟ ਉੱਥੇ ਜਾ ਕੇ ਪੂਰਾ ਟਾਈਮ ਹੁੰਦਾ ਹੈ। ਤੇ ਸਮਰਾਈਜ਼ ਸਪੋਕਨ ਟੈਕਸਟ ਦਾ ਆਪਣਾ ਜਿਹੜਾ ਟਾਈਮ ਪੀਰੀਅਡ ਹੈ ਉਹ 10 ਮਿੰਟ ਦਾ ਹੁੰਦਾ, ਮਤਲਬ ਇਹ 43 ਇਹਨਾਂ 10 ਮਿੰਟਸ ਨੂੰ ਮਿਲਾ ਕੇ ਹੈ। ਮਤਲਬ ਜੇ ਤੁਸੀਂ 10 ਮਿੰਟ ਇੱਥੇ ਲਾਤੇ ਤਾਂ ਤੁਹਾਡੇ ਕੋਲ 33 ਮਿੰਟਸ ਹੀ ਬਚੇ। ਸੋ ਤੁਸੀਂ ਇਸ ਵਿੱਚ ਟਾਈਮ ਨੂੰ ਮੈਨੇਜ ਕਰਕੇ ਚੱਲਣਾ ਹੈ ਕਿਉਂਕਿ ਜੇ ਤੁਸੀਂ ਇੱਥੇ ਟਾਈਮ ਜ਼ਿਆਦਾ ਲਾਤਾ ਬਲੈਂਕਸ ਦੇ ਵਿੱਚ ਜਾਂ ਹਾਈਲਾਈਟ ਇਨਕਰੈਕਟ ਦੇ ਵਰਡ ਵਿੱਚ ਟਾਈਮ ਲਾਤਾ ਤਾਂ ਤੁਸੀਂ ਰਾਈਟ ਫਰੋਮ ਡਿਕਟੇਸ਼ਨ ਦੇ ਵਿੱਚ ਫਿਰ ਟਾਈਮ ਦਾ ਇਸ਼ੂ ਕ੍ਰੀਏਟ ਹੋਏਗਾ ਕਿਉਂਕਿ ਰਾਈਟ ਫਰੋਮ ਡਿਕਟੇਸ਼ਨ ਤੁਹਾਨੂੰ 3 ਆ ਰਹੇ ਆ ਤਾਂ ਹਰ ਡਿਕਟੇਸ਼ਨ ਤੇ 2 ਮਿੰਟਸ ਤੁਹਾਨੂੰ ਚਾਹੀਦੇ ਆ। ਤੇ ਜਿਹੜੇ ਤੁਹਾਡੇ ਟੋਟਲ ਨੰਬਰ ਆਫ ਕੁਐਸਚਨਸ ਨੇ ਉਹ ਤੁਹਾਡੇ ਵੇਰੀ ਹੋ ਸਕਦੇ ਆ 59 to 61,
मतलब 59 to 61 ਜਾਂ 62 ਕੁਐਸਚਨਸ ਫਾਈਨਲ ਦੇ ਵਿੱਚ ਵੇਰੀ ਹੋ ਸਕਦੇ ਹੈ, ਇੱਕ ਦੋ ਕੁਐਸਚਨ ਕਿਤੇ ਘੱਟ ਵੱਧ ਸਕਦਾ ਹੈ। ਤੇ ਜਿਹੜਾ ਟੋਟਲ ਟਾਈਮ ਪੀਰੀਅਡ ਰਹਿੰਦਾ ਉਹ 135 ਮਿੰਟਸ ਦਾ ਰਹਿੰਦਾ ਹੈ। ਮਤਲਬ ਉਹ ਪੇਪਰ ਪਹਿਲਾਂ ਵੀ ਤੁਸੀਂ ਕੰਪਲੀਟ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਵੀ ਕੰਪਲੀਟ ਕਰ ਸਕਦੇ ਹੋ। ਸੋ ਮੇਰਾ ਤੁਹਾਨੂੰ ਦੱਸਣ ਦਾ ਇਹੀ ਮੇਨ ਪੁਆਇੰਟ ਸੀਗਾ ਕਿ ਤੁਸੀਂ ਮਤਲਬ ਕਿਹੜੇ ਕਿਹੜੇ ਸੈਕਸ਼ਨ ਤੇ ਜ਼ਿਆਦਾ ਫੋਕਸ ਕਰਨਾ ਹੈ ਤੇ ਕਿਹੜੇ ਕਿਹੜੇ ਸੈਕਸ਼ਨ ਮਤਲਬ ਤੁਹਾਡੇ ਘੱਟ ਕੰਟਰੀਬਿਊਟ ਕਰ ਰਹੇ ਹੈ, ਕਿਹੜੇ ਜ਼ਿਆਦਾ ਕੰਟਰੀਬਿਊਟ ਕਰ ਰਹੇ ਹੈ। ਤੇ ਇਹ ਸਾਰੀ ਮੈਂ ਸਮਰੀ ਬਣਾਈ ਹੋਈ ਹੈਗੀ ਹੈ। ਤੇ ਹਰ ਸੈਕਸ਼ਨ 90 90 90 ਦਾ ਹੋ ਗਿਆ, ਮਤਲਬ ਤੁਹਾਡੇ 90 ਮਾਰਕਸ ਈਚ ਸੈਕਸ਼ਨ ਕੰਟਰੀਬਿਊਟ ਕਰੇਗਾ ਤੇ ਹਰ ਸੈਕਸ਼ਨ ਕਿਤੇ ਹੋਰ ਵੀ ਕੰਟਰੀਬਿਊਟ ਕਰੇਗਾ। ਸੋ ਤੁਸੀਂ ਹਰ ਚੀਜ਼ ਨੂੰ ਮਤਲਬ ਜਿਵੇਂ ਕਈ ਬੱਚਿਆਂ ਨੂੰ ਅਗਰ ਰੀਡਿੰਗ ਡਿਫਿਕਲਟ ਲੱਗ ਰਹੀ ਹੈ ਤਾਂ ਰੀਡਿੰਗ ਦੇ ਨੰਬਰ ਇੱਥੋਂ ਵੀ ਆ ਰਹੇ ਹੈ, ਰੀਡ ਅਲਾਊਡ ਤੋਂ ਵੀ ਆ ਰਹੇ ਹੈ, ਸਮਰਾਈਜ਼ ਸਪੋਕਨ ਟੈਕਸਟ ਤੋਂ ਵੀ ਰੀਡਿੰਗ ਦੇ ਵਿੱਚ ਨੰਬਰ ਆ ਰਹੇ ਹੈ, ਸੌਰੀ ਰਿਟਨ ਟੈਕਸਟ ਤੋਂ। तो मतलब तुसी इस चीज़ ਨੂੰ ਧਿਆਨ ਰੱਖ ਕੇ ਚੱਲਣਾ ਹੈ ਕਿ ਕੋਈ ਵੀ ਸੈਕਸ਼ਨ ਕ੍ਰੂਸ਼ੀਅਲ ਨਹੀਂ ਹੈ, ਤੁਸੀਂ ਕੋਈ ਵੀ ਸੈਕਸ਼ਨ ਕਲੀਅਰ ਕਰ ਸਕਦੇ ਹੋ। ਜੇ ਤੁਸੀਂ ਇਸ ਬਾਰੇ ਹੋਰ ਡਿਸਕਸ ਕਰਨਾ ਹੈ ਜਾਂ ਹੋਰ ਡਿਟੇਲਸ ਤੁਹਾਨੂੰ ਚਾਹੀਦੀਆਂ ਤਾਂ ਤੁਸੀਂ ਮੈਨੂੰ ਮੇਲ ਆਈਡੀ ਤੇ ਮੇਰੀ ਤੇ ਜਿਵੇਂ ਮੈਂ ਪਹਿਲੀ ਵੀਡੀਓਜ਼ ਦੇ ਵਿੱਚ ਮੈਂਸ਼ਨ ਕੀਤੀ ਹੈ amarptclasses@gmail.com ਤੇ ਮੈਂਸ਼ਨ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਕੋਈ ਵੀ ਇਸ਼ੂਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਜਾਂ ਤੁਹਾਨੂੰ ਇਸ ਤੋਂ ਰਿਲੇਟਡ ਕਿਸੇ ਹੋਰ ਟੌਪਿਕ ਤੇ ਕੋਈ ਵੀਡੀਓ ਚਾਹੀਦੀ ਹੈ, ਕਿਉਂਕਿ ਮੈਂ ਤੇ ਟੌਪਿਕ ਵਾਈਜ਼ ਵੀਡੀਓ ਬਣਾ ਰਹੀ ਹਾਂ, ਬਟ ਤੁਹਾਡੇ ਅਗਰ ਕੋਈ ਹੋਰ ਡਾਊਟਸ ਹੈ, ਕਿਸੇ ਹੋਰ ਟੌਪਿਕ 'ਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਥੈਂਕ ਯੂ ਐਵਰੀਵਨ ਫॉर ਵਾਚਿੰਗ।